Hello students, I'm Sukhvinder Kaur, Department of Economics, GGTST College ਹਰਿਆਣਾ ਹੁਸ਼ਿਆਰਪੁਰ। ਅੱਜ ਅਸੀਂ ਨਵਾਂ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ, ਕਲਾਸੀਫਿਕੇਸ਼ਨ ਆਫ ਟੈਕਸਿਸ। ਟੈਕਸ ਦਾ ਘਰਾਂ ਦਾ ਵਰਗੀਕਰਨ। ਦੇਖੋ, ਅਸੀਂ ਪਿਛਲੇ ਲੈਕਚਰ ਦੇ ਵਿੱਚ ਕੀਤਾ, ਉਹਦੇ ਵਿੱਚ ਇੱਕ ਟੌਪਿਕ ਆਪਾਂ ਥੋੜ੍ਹਾ ਸਕਿਪ ਕਰਕੇ ਆਏ ਹਾਂ, ਉਹ ਆਪਾਂ ਫਿਰ ਕਰਾਂਗੇ। ਮੈਨੂੰ ਨਾਲ ਲੱਗਦਾ ਤੁਹਾਨੂੰ ਕਰਵਾਉਣਾ ਚਾਹੁੰਦੀ ਸੀ ਪਹਿਲਾਂ ਟੈਕਸਸ ਦੀ ਕਲਾਸੀਫਿਕੇਸ਼ਨ, ਵਰਗੀਕਰਨ ਜਿਹੜਾ ਟੈਕਸਾਂ ਦਾ। ਟੈਕਸਿਸ ਦਾ ਜਿਹੜਾ ਵਰਗੀਕਰਨ ਆ, ਥੋੜ੍ਹੀ ਜਿਹੀ ਪਹਿਲਾਂ ਮੈਂ ਤੁਹਾਨੂੰ ਡਿਟੇਲ ਦਿਆਂ ਜੀ ਕਿ ਇਸ ਨੂੰ ਕੀਤਾ ਜਾਂਦਾ ਸਿੰਗਲ ਐਂਡ ਮਲਟੀਪਲ ਟੈਕਸੇਸ਼ਨ, ਐਂਡ ਦੂਸਰਾ ਹੈਗਾ ਜੀ ਪ੍ਰੋਪੋਰਸ਼ਨਲ, ਪ੍ਰੋਗਰੈਸਿਵ, ਰਿਗਰੈਸਿਵ ਐਂਡ ਡੀਗਰੈਸਿਵ ਟੈਕਸਿਸ। ਸਭ ਤੋਂ ਪਹਿਲਾਂ ਤਾਂ ਜਿਹੜਾ ਏਕਲ ਐਂਡ ਬਹੁ ਪ੍ਰਣਾਲੀ ਸਿੰਗਲ ਐਂਡ ਮਲਟੀਪਲ ਟੈਕਸੇਸ਼ਨ, ਦੂਸਰਾ ਅਨੁਪਾਤਕ, ਪ੍ਰਗਤੀਸ਼ੀਲ, ਪ੍ਰਤੀਗਾਮੀ ਅਤੇ ਅਧੋਗਾਮੀ ਕਰ। ਅਗਲਾ ਹੈਗਾ ਐਡ ਵੈਲੂਰਮ ਔਰ ਵੈਟ, ਵੈਲਿਊ ਐਡਡ ਟੈਕਸ, ਮੁੱਲ ਵਾਧਾ ਕਰ। ਨੈਕਸਟ ਜਿਹੜਾ ਡਾਇਰੈਕਟ ਐਂਡ ਇਨਡਾਇਰੈਕਟ ਟੈਕਸਸ, ਪ੍ਰਤੱਖ ਅਤੇ ਅਪ੍ਰਤੱਖ ਜਿਹੜੇ ਕਰ। ਅਤੇ ਹੁਣ ਅਸੀਂ ਇਹਨਾਂ ਦੀ ਡਿਟੇਲ ਕਰਾਂਗੇ। ਅੱਜ ਥੋੜ੍ਹੇ ਜਿਹੇ ਟੈਕਸਸ ਦੀ ਡਿਟੇਲ ਕਰਾਂਗੇ ਆਪਾਂ, ਸਿਰਫ ਸਿੰਗਲ ਅਤੇ ਮਲਟੀਪਲ, ਉਸ ਤੋਂ ਬਾਅਦ ਪ੍ਰੋਪੋਰਸ਼ਨਲ ਅਤੇ ਪ੍ਰੋਗਰੈਸਿਵ। ਅੱਜ ਦੇ ਲੈਕਚਰ 'ਚ ਅਸੀਂ ਇੰਨਾ ਹੀ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਿੰਗਲ ਟੈਕਸ ਦੀ। ਜਿਸ ਤਰ੍ਹਾਂ ਨਾਮ ਹੀ ਦੱਸਦਾ ਪਿਆ, ਸਿੰਗਲ ਟੈਕਸੇਸ਼ਨ ਮੀਨਸ ਦਾ ਓਨਲੀ ਟੈਕਸ is only tax levied in the country such as income tax, sales tax and excise duty। ਮੀਨਸ ਜਦੋਂ ਇੱਕ ਹੀ ਤਰ੍ਹਾਂ ਦਾ ਟੈਕਸ ਲਗਾਇਆ ਜਾਂਦਾ, ਉਹ ਚਾਹੇ ਇਨਕਮ ਟੈਕਸ ਹੋਵੇ, ਚਾਹੇ ਤੁਹਾਡਾ ਸੇਲਸ ਟੈਕਸ ਹੋਵੇ, ਚਾਹੇ ਐਕਸਾਈਜ਼ ਡਿਊਟੀ ਹੋਵੇ। ਫਿਜ਼ੀਓਕਰੈਟਸ ਨੇ ਸਿਰਫ ਭੂਮੀ 'ਤੇ ਹੀ ਕਰ ਲਗਾਉਣ ਦਾ ਸੁਝਾਅ ਦਿੱਤਾ ਸੀ। ਜਿਹੜੇ ਫਿਜ਼ੀਓਕਰੈਟਸ ਇਕੋਨਮਿਸਟ ਜਿਹੜੇ ਜਿਹਨਾਂ ਨੂੰ ਆਪਾਂ ਫਿਜ਼ੀਓਕਰੈਟਸ ਕਿਹਾ ਸੀ, ਉਹਨਾਂ ਨੇ ਸਿਰਫ ਇਹ ਕਿਹਾ ਸੀਗਾ ਕਿ ਸਿਰਫ ਏਕਲ ਕਰ ਹੀ ਲਗਾਉਣਾ ਚਾਹੀਦਾ। ਉਹਨਾਂ ਦੀ ਦਲੀਲ ਇਹ ਸੀ ਕਿ ਖੇਤੀ ਹੀ ਉਤਪਾਦਨ ਕਿਰਿਆ ਹੈ ਇਸ ਵੇਲੇ, ਔਰ ਉਹਦੇ ਵਿੱਚ ਹੀ ਸਰਪਲਸ ਹੁੰਦਾ, ਇਸ ਲਈ ਸਿਰਫ ਭੂਮੀ 'ਤੇ ਹੀ ਜਿਹੜਾ ਟੈਕਸ ਆ ਉਹ ਲਗਾਇਆ ਜਾਣਾ ਚਾਹੀਦਾ। ਵਧਾਈਆਂ ਮੈਮ। ਏਕਲ ਕਰ ਪ੍ਰਣਾਲੀ ਦਾ ਮੁੱਖ ਗੁਣ ਜਿਹੜਾ ਇਹ ਸੀ ਕਿ ਇਹ ਸੌਖੀ ਹੈ, ਕਿਉਂਕਿ ਸਿੰਗਲ ਟੈਕਸ ਹੋਏਗਾ ਤਾਂ ਉਹ ਸੌਖਾ ਆ, ਅਤੇ ਸਰਕਾਰ ਨੂੰ ਟੈਕਸ ਕਲੈਕਟ ਕਰਨ ਲਈ, ਵਸੂਲ ਕਰਨ ਲਈ ਵਾਧੂ ਖਰਚੇ ਨਹੀਂ ਕਰਨੇ ਪੈਂਦੇ। ਅਤੇ ਇਹਦਾ ਜਿਹੜਾ ਇੰਸੀਡੈਂਸ ਆ, ਘਰ ਭਾਰ ਆ ਜਿਹੜਾ, ਉਹ ਸਾਰਿਆਂ 'ਤੇ ਸਮਾਨ ਰੂਪ ਦੇ ਨਾਲ ਹੀ ਪੈਂਦਾ, ਕਿਉਂਕਿ ਜਿਹਦੇ ਕੋਲ ਵੀ ਭੂਮੀ ਹੈਗੀ ਉਹ ਟੈਕਸ ਪੇ ਕਰੇਗਾ, ਔਰ ਇਸ ਲਈ ਇਹ ਟੈਕਸ ਵਧੀਆ ਟੈਕਸ ਮੰਨਿਆ ਜਾਂਦਾ। ਨੈਕਸਟ ਹੈਗਾ ਮਲਟੀਪਲ ਟੈਕਸ। ਮਲਟੀਪਲ ਟੈਕਸੇਸ਼ਨ ਸਿਸਟਮ ਇਜ਼ ਦਾ ਸਿਸਟਮ ਇਹਨਾਂ ਵਿੱਚ ਸੈਵਰਲ ਟੈਕਸ ਜਿਹੜੇ ਇਕੱਠੇ ਲਗਾਏ ਜਾਂਦੇ, ਲਾਈਕ ਇਨਕਮ ਟੈਕਸ, ਐਕਸਪੈਂਡੀਚਰ ਟੈਕਸ, ਸੇਲਸ ਟੈਕਸ, ਜਿਹਦੇ ਵਿੱਚ ਕਈ ਤਰ੍ਹਾਂ ਦੇ ਟੈਕਸ ਜਿਹੜੇ ਇਕੱਠੇ ਹੀ ਲਗਾਏ ਜਾਂਦੇ। ਇਹਨੂੰ ਬਹੁ ਪ੍ਰਣਾਲੀ ਕਹਿੰਦੇ ਆ। ਇਹ ਪ੍ਰਣਾਲੀ ਵਧੇਰੇ ਲੋਚਦਾਰ ਵੀ ਹੁੰਦੀ ਹੈ, ਵਿਸਤ੍ਰਿਤ ਵੀ ਹੁੰਦੀ ਅਤੇ ਵਿਵਹਾਰਕ ਵੀ ਹੁੰਦੀ। ਸਮਾਜਿਕ ਅਤੇ ਸਮਾਨਤਾ ਦੇ ਜਿਹੜੇ ਗੁਣ ਉਹ ਵੀ ਇਹਦੇ ਵਿੱਚ ਪਾਏ ਜਾਂਦੇ ਆ। ਬਹੁ ਪ੍ਰਣਾਲੀ ਨੂੰ ਬਹੁਤ ਜ਼ਿਆਦਾ ਕਰ ਪ੍ਰਣਾਲੀ ਨਹੀਂ ਸਮਝ ਲੈਣਾ ਚਾਹੀਦਾ, ਇਹ ਔਖੀ ਪ੍ਰਣਾਲੀ ਹੈ। ਬਹੁ ਪ੍ਰਣਾਲੀ ਨੂੰ ਬਹੁਤ ਜ਼ਿਆਦਾ ਕਰ ਪ੍ਰਣਾਲੀ ਨਹੀਂ ਸਮਝ ਲੈਣਾ ਚਾਹੀਦਾ, ਇਹ ਔਖੀ ਪ੍ਰਣਾਲੀ ਹੈ। ਆਮ ਮਨੁੱਖ ਨੂੰ ਸਮਝਣਾ ਮੁਸ਼ਕਿਲ ਆ। ਇਹ ਪ੍ਰਣਾਲੀ ਕਰ ਦੇਣ ਦੀ ਯੋਗਤਾ ਦੇ ਸਿਧਾਂਤ 'ਤੇ ਆਧਾਰਿਤ ਨਹੀਂ ਆ। ਇਹ ਇਸ ਤਰ੍ਹਾਂ ਕਰਕੇ ਇਸ ਪ੍ਰਣਾਲੀ ਦੀਆਂ ਆਲੋਚਨਾਵਾਂ ਜਿਹੜੀਆਂ ਕੀਤੀਆਂ ਜਾਂਦੀਆਂ, ਇਸ ਪ੍ਰਣਾਲੀ ਨੂੰ ਜਿਹੜਾ ਆ ਉਹ ਕ੍ਰਿਟੀਸਾਈਜ਼ ਕੀਤਾ ਜਾਂਦਾ। ਨੈਕਸਟ ਜਿਹੜੇ ਹੈਗੇ ਟੈਕਸਸ, ਪ੍ਰਪੋਰਸ਼ਨਲ ਟੈਕਸ ਮੈਂ ਤੁਹਾਨੂੰ ਇੱਦਾਂ ਹੀ ਸਮਝਾਉਂਦੀ ਹਾਂ, ਅਤੇ ਇੱਥੇ ਤਾਂ ਬਾਅਦ ਵਿੱਚ ਆਉਂਦੇ ਆ ਡਾਇਗਰਾਮ ਦੇ ਉੱਪਰ। ਪ੍ਰਪੋਰਸ਼ਨਲ ਟੈਕਸ ਕਿਹੜਾ ਹੁੰਦਾ? ਉਹ ਟੈਕਸ ਜੋ ਆਮਦਨ ਦੇ ਨਿਸ਼ਚਿਤ ਅਨੁਪਾਤ ਦੇ ਆਧਾਰ 'ਤੇ ਲਗਾਇਆ ਜਾਂਦਾ। ਜਿਸ ਤੁਹਾਡੀ ਆਮਦਨ ਦਾ ਮੰਨ ਲਓ 5% ਤੁਹਾਡੇ ਤੋਂ ਟੈਕਸ ਲੈ ਲਿਆ ਜਾਂਦਾ। ਇੱਕ ਜਿਹੜੀ ਸਲੈਬ ਆ, ਟੈਕਸ ਸਲੈਬ ਆ, ਉਹ ਫਿਕਸ ਕੀਤੀ ਹੁੰਦੀ ਹੈ, ਔਰ ਪ੍ਰਪੋਰਸ਼ਨਲ ਟੈਕਸ ਜਿਹੜਾ ਹੈਗਾ ਉਹ ਆਮਦਨ ਦੇ ਇੱਕ ਨਿਸ਼ਚਿਤ ਅਨੁਪਾਤ 'ਤੇ, ਮਤਲਬ ਕਿ ਜਿੱਦਾਂ ਟੈਕਸ ਸਲੈਬ ਰੱਖੀ ਜਾਂਦੀ ਹੈ, ਮੰਨ ਲਓ 2.5 ਲੱਖ ਦੀ ਆ ਇਸ ਟਾਈਮ 'ਤੇ, ਅਤੇ ਉਸ ਤੋਂ ਉੱਪਰ ਜਿੰਨੀ ਤੁਹਾਡੀ ਇਨਕਮ ਹੋਏਗੀ ਉਹਦੇ ਉੱਤੇ ਜਿਹੜਾ ਇੱਕ ਪਰਸੈਂਟੇਜ ਰੱਖੀ ਜਾਂਦੀ ਕਿ 5% ਟੈਕਸ ਲੱਗੇਗਾ ਜਾਂ 10% ਲੱਗੇਗਾ। ਇਹਨੂੰ ਅਸੀਂ ਅਨੁਪਾਤਕ ਕਰ ਕਹਿੰਦੇ ਹਾਂ। ਅਨੁਪਾਤਕ ਕਰ ਪ੍ਰਣਾਲੀ ਦੇ ਵਿੱਚ ਸਾਰੇ ਕਰਦਾਤਾ ਆਪਣੀ ਆਮਦਨ ਦਾ ਇੱਕੋ ਜਿਹਾ ਅਨੁਪਾਤ ਟੈਕਸ ਦੇ ਰੂਪ ਦੇ ਵਿੱਚ ਅਦਾ ਕਰਦੇ ਆ। ਔਰ ਟੈਕਸ ਬੇਸ ਇੱਧਰ ਦੇਖੋ, ਐਕਸ ਐਕਸਸ ਦੇ ਉੱਤੇ ਦਿੱਤਾ ਪਿਆ ਟੈਕਸ ਬੇਸ, ਅਤੇ ਵਾਈ ਐਕਸਸ ਦੇ ਉੱਪਰ ਦਿੱਤਾ ਗਿਆ ਟੈਕਸ ਰੇਟ। ਔਰ ਜਿਹੜਾ ਟੈਕਸ ਬੇਸ ਹੈ ਉਹ ਦੇਖੋ, ਟੈਕਸ ਬੇਸ ਨੂੰ ਤੁਸੀਂ ਇਨਕਮ ਵੀ ਕਹਿ ਸਕਦੇ ਹੋ। ਹੁਣ ਜੇ ਤੁਹਾਡੀ ਇਨਕਮ 0 ਵੀ ਹੋਏਗੀ, ਜੇ ਤੁਹਾਡੀ ਇਨਕਮ ਇੱਥੇ 0 ਵੀ ਹੋਏਗੀ ਤਾਂ ਵੀ ਟੈਕਸ ਰੇਟ ਉਨਾ ਹੀ ਹੋਏਗਾ। ਜੇ ਇਨਕਮ ਵੱਧ ਜਾਏਗੀ ਟੈਕਸ ਰੇਟ ਤਾਂ ਵੀ ਉਨਾ ਹੀ ਹੈ। ਜੇ ਇਨਕਮ ਹੋਰ ਵੱਧਦੀ ਹੈ ਟੈਕਸ ਰੇਟ ਤਾਂ ਵੀ ਉਨਾ ਹੀ ਰਹੇਗਾ। ਜੇ ਇਨਕਮ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਜਾਵੇ
ਤਾਂ ਵੀ ਟੈਕਸ ਰੇਟ ਉਨਾ ਹੀ ਰਹੇਗਾ। ਇਟ ਮੀਨਸ ਇੱਕ ਫਿਕਸ ਪਰਸੈਂਟੇਜ ਰੱਖ ਦਿੱਤੀ ਗਈ ਹੈ, ਮੰਨ ਲਓ 5% ਰੱਖ ਦਿੱਤੀ ਗਈ ਆ। ਜਦੋਂ ਜਦੋਂ ਤੁਹਾਡੀ ਇੱਧਰ ਇਨਕਮ ਦੇ ਵਿੱਚ ਵਾਧਾ ਹੁੰਦਾ ਪਿਆ ਤਾਂ ਟੈਕਸ ਰੇਟ ਦੇ ਵਿੱਚ ਵਾਧਾ ਨਹੀਂ ਹੁੰਦਾ ਪਿਆ, ਟੈਕਸ ਰੇਟ ਜਿਹੜਾ ਆ ਉਹ ਸੇਮ ਰਹਿੰਦਾ ਪਿਆ। ਇਹ ਆ ਪ੍ਰਪੋਰਸ਼ਨਲ ਟੈਕਸ ਕਿ ਆਮਦਨ ਦੇ ਉੱਪਰ ਲੱਗਦਾ ਆ, ਔਰ ਆਮਦਨ ਦਾ ਇੱਕ ਜਿਹੜਾ ਨਿਸ਼ਚਿਤ ਅਨੁਪਾਤ ਜਿਹੜੀ ਆ ਉਹ ਟੈਕਸ ਦੇ ਫੋਰਮ ਦੇ ਵਿੱਚ ਲਈ ਜਾਂਦੀ ਆ, ਔਰ ਉਹ ਆਮਦਨ ਤੁਹਾਡੀ ਜਿੰਨੀ ਵੀ ਹੋਵੇ ਉਹ ਤੁਹਾਨੂੰ ਉਹ ਟੈਕਸ ਪੇ ਕਰਨਾ ਹੀ ਪਏਗਾ। ਇਹ ਸੌਖੀ ਪ੍ਰਣਾਲੀ ਹੈ, ਇਹਦੇ ਗੁਣ ਇਹ ਹੈ, ਇਹਦੇ ਨਾਲ ਜਿਹੜੀ ਧਨ ਦੀ ਵੰਡ ਉਹ ਪਹਿਲਾਂ ਵਰਗੀ ਬਣੀ ਰਹਿੰਦੀ ਹੈ, ਲੋਕਾਂ ਦੀ ਕੰਮ ਕਰਨ ਦੀ ਇੱਛਾ ਅਤੇ ਬੱਚੇ 'ਤੇ ਬੁਰਾ ਪ੍ਰਭਾਵ ਨਹੀਂ ਪੈਂਦਾ। ਪਰ ਇਹਦੇ ਦੋਸ਼ ਇਹ ਹੈ ਕਿ ਇਹਦੇ ਨਾਲ ਇਕੁਐਲਿਟੀ ਨਹੀਂ ਆਉਂਦੀ, ਕਿਉਂਕਿ ਇਹਦਾ ਭਾਰ ਗਰੀਬਾਂ 'ਤੇ ਜ਼ਿਆਦਾ ਪੈ ਜਾਏਗਾ, ਅਮੀਰਾਂ 'ਤੇ ਘੱਟ ਪਏਗਾ। ਲੋਚਸ਼ੀਲਤਾ ਵੀ ਘੱਟ ਆ, ਫਿਰ ਸਰਕਾਰ ਨੂੰ ਘੱਟ ਆਮਦਨ ਪ੍ਰਾਪਤ ਹੁੰਦੀ ਹੈ। ਮਤਲਬ ਤੁਸੀਂ ਥੋੜ੍ਹੀ ਇਨਕਮ 'ਤੇ ਵੀ ਉਹੀ ਟੈਕਸ ਲੈ ਰਹੇ ਹੋ, ਜ਼ਿਆਦਾ ਇਨਕਮ 'ਤੇ ਵੀ ਉਹੀ ਟੈਕਸ ਲੈ ਰਹੇ ਹੋ। ਸਰਕਾਰ ਦੀ ਟੈਕਸ ਦੇ ਥਰੂ ਜਿਹੜੀ ਇਨਕਮ ਹੁੰਦੀ ਪਈ ਆ ਉਹ ਇਸ ਕਰ ਪ੍ਰਣਾਲੀ ਦੇ ਵਿੱਚ ਘੱਟ ਰਹਿ ਜਾਂਦੀ ਹੈ, ਇਸ ਸਿਸਟਮ ਦੇ ਵਿੱਚ ਘੱਟ ਰਹਿ ਜਾਂਦੀ ਹੈ। ਨੈਕਸਟ ਹੈਗਾ ਪ੍ਰੋਗਰੈਸਿਵ ਟੈਕਸ। ਪ੍ਰੋਗਰੈਸਿਵ ਟੈਕਸ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਪ੍ਰੋਗਰੈਸਿਵ ਜਿਹੜੀ ਪ੍ਰਗਤੀਸ਼ੀਲ ਕਰ ਪ੍ਰਣਾਲੀ ਉਹੀ ਪਾਈ ਜਾਂਦੀ ਹੈ। ਇਹਦੇ ਵਿੱਚ ਇਹ ਹੈ ਕਿ ਜਿੱਦਾਂ ਜਿੱਦਾਂ ਤੁਹਾਡੀ ਆਮਦਨ ਵੱਧਦੀ ਆ ਤੁਹਾਡਾ ਟੈਕਸ ਰੇਟ ਵੱਧਦਾ ਜਾਂਦਾ। ਪ੍ਰੋਫੈਸਰ ਡਾਲਟਨ ਨੇ ਕਿਹਾ ਸੀਗਾ ਕਿ ਪ੍ਰਗਤੀਸ਼ੀਲ ਕਰਾਂ ਵਿੱਚ ਕਰਦਾਤਾ ਦੀ ਆਮਦਨ ਜਿੰਨੀ ਵੱਧ ਹੁੰਦੀ ਆ ਉਨਾ ਹੀ ਵੱਧ ਅਨੁਪਾਤ ਵਿੱਚ ਉਹਨੂੰ ਟੈਕਸ ਪੇ ਕਰਨੇ ਪੈਂਦੇ ਆ। ਦੇਖੋ ਆਹ ਡਾਇਗਰਾਮ ਆ ਜਿਹੜੀ ਨਾ ਥੋੜ੍ਹਾ ਜਿਹਾ ਧਿਆਨ ਨਾਲ ਦੇਖੋ। ਆਹ ਡਾਇਗਰਾਮ ਦੇ ਵਿੱਚ ਆ ਟੀ ਜਿਹੜਾ ਆ ਟੈਕਸ ਰੇਟ ਟੈਕਸ ਆ ਇਹ ਕਿਤੇ ਵੀ ਨਹੀਂ ਲੱਗਦਾ ਕਿ ਆ ਕੇ ਇੱਥੇ ਓਰੀਜਨ ਨੂੰ ਟੱਚ ਕਰੇਗਾ। ਇਹਦਾ ਮਤਲਬ ਕੀ ਆ ਕਿ ਇੱਕ ਲਿਮਿਟ ਤੋਂ ਬਾਅਦ ਇਨਕਮ ਦੇ ਇੱਕ ਲੈਵਲ ਤੋਂ ਬਾਅਦ ਜਿਹੜਾ ਟੈਕਸ ਆ ਉਹ ਪੇ ਹੋਣਾ ਸ਼ੁਰੂ ਹੋਏਗਾ, ਪੇ ਕਰਨਾ ਆਪਾਂ ਸ਼ੁਰੂ ਕਰਦੇ ਹਾਂ, ਸਾਡੇ 'ਤੇ ਟੈਕਸ ਲੱਗਣਾ ਸ਼ੁਰੂ ਹੁੰਦਾ। ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਾਡੀ ਆਮਦਨ ਵੱਧਦੀ ਜਾਂਦੀ ਆ ਜਿਹੜਾ ਸਾਡੇ ਦੁਆਰਾ ਪੇ ਕੀਤਾ ਗਿਆ ਟੈਕਸ ਆ ਉਹ ਵੱਧਦਾ ਜਾਏਗਾ। ਇੱਧਰ OX ਦੇ ਉੱਤੇ ਟੈਕਸ ਬੇਸ ਹੈ ਔਰ OY ਦੇ ਉੱਤੇ ਟੈਕਸ ਰੇਟ ਹੈ। ਇਸ ਲਈ ਜਿੱਦਾਂ ਜਿੱਦਾਂ ਤੁਹਾਡੀ ਇਨਕਮ ਜਿਹੜੀ ਆ ਉਹ ਵੱਧਦੀ ਜਾਏਗੀ ਤੁਹਾਡੇ ਦੁਆਰਾ ਪੇ ਕੀਤਾ ਗਿਆ ਟੈਕਸ ਆ ਜਿਹੜਾ ਉਹ ਵੱਧਦਾ ਜਾਏਗਾ। ਇਹਦੇ ਵਿੱਚ ਮੰਨ ਲਓ ਕਿ ਕਿਸੇ ਮਨੁੱਖ ਦੀ ਆਮਦਨ 10,000 ਪ੍ਰਤੀ ਸਾਲ ਆ ਤਾਂ ਉਹ 10% ਟੈਕਸ ਦੇਵੇਗਾ। ਜੋ 20,000 ਹੋ ਜਾਏਗੀ ਤਾਂ ਉਹ 15% ਟੈਕਸ ਦੇਵੇਗਾ। ਜੋ 30,000 ਹੋ ਜਾਏਗੀ ਇੱਕ ਸਾਲ ਦੀ ਸਾਲਾਨਾ ਆਮਦਨ ਤਾਂ ਉਹ 30% ਦੇਵੇਗਾ। ਮੈਂ ਜਸਟ ਐਗਜ਼ਾਮਪਲ ਦਿੰਦੀ ਪਈ ਹਾਂ। ਇਸ ਤਰ੍ਹਾਂ ਇਹ ਟੈਕਸ ਇਸ ਲਈ ਇਹਨਾਂ ਨੂੰ ਪ੍ਰਗਤੀਸ਼ੀਲ ਕਹਿੰਦੇ ਆ ਕਿ ਜਿੱਦਾਂ ਜਿੱਦਾਂ ਤੁਹਾਡੀ ਇਨਕਮ ਵੱਧਦੀ ਪਈ ਆ ਇਹਨਾਂ ਟੈਕਸ ਰੇਟਸ ਦੇ ਵਿੱਚ ਵਾਧਾ ਹੁੰਦਾ ਪਿਆ। ਪਰ ਨੈਕਸਟ ਇਹਦੇ ਮੈਰਿਟਸ ਦੇਖੋ, ਇਹ ਪ੍ਰਗਤੀਸ਼ੀਲ ਕਰਨ ਨਿਆਂਪੂਰਨ ਹੁੰਦੇ ਆ। ਮੀਨਸ ਉਹੀ ਕਿ ਜਿਹਦੀ ਇਨਕਮ ਘੱਟ ਆ ਉਹਨੂੰ ਟੈਕਸ ਘੱਟ ਦੇਣਾ ਪਏਗਾ, ਜਿਹਦੀ ਇਨਕਮ ਜ਼ਿਆਦਾ ਆ ਉਹਨੂੰ ਜ਼ਿਆਦਾ ਦੇਣਾ ਪਏਗਾ। ਇਸ ਲਈ ਨਿਆਂ ਹੁੰਦਾ ਪਿਆ, ਇਕੁਐਲਿਟੀ ਆਉਂਦੀ ਪਈ ਆ, ਅਮੀਰਾਂ 'ਤੇ ਵੱਧ ਭਾਰ ਪੈਂਦਾ ਪਿਆ, ਗਰੀਬਾਂ 'ਤੇ ਘੱਟ ਪੈਂਦਾ ਪਿਆ। ਆਮਦਨ ਦੀ ਅਸਮਾਨਤਾ ਘੱਟ ਹੁੰਦੀ ਪਈ ਆ। ਇਹ ਲੋਚਦਾਰ ਹੁੰਦੇ ਆ, ਕਦੀ ਵੀ ਵਧਾਏ ਜਾ ਸਕਦੇ, ਘਟਾਏ ਜਾ ਸਕਦੇ ਆ। ਘੱਟ ਖਰਚੀਲੀ ਵਿਧੀ ਹੈ ਇਹ। ਮੁਦਰਾ ਸਫੀਤੀ ਨਾਲ ਇਹਨੂੰ ਕੰਟਰੋਲ ਕੀਤਾ ਇਹਦੇ ਨਾਲ ਮੁਦਰਾ ਸਫੀਤੀ ਨੂੰ ਕੰਟਰੋਲ ਕੀਤਾ ਜਾ ਸਕਦਾ, ਕਿਉਂਕਿ ਜਦੋਂ ਤੁਸੀਂ ਟੈਕਸ ਵਧਾ ਦੋਗੇ ਤਾਂ ਬਿਨਾਂ ਸ਼ੱਕ ਤੁਹਾਡੀ ਡਿਸਪੋਜ਼ੇਬਲ ਇਨਕਮ ਘਟੇਗੀ ਅਤੇ ਤੁਹਾਡੀ ਡਿਮਾਂਡ ਘਟ ਕੇ ਪ੍ਰਾਈਸ ਘਟੇਗਾ। ਪਰ ਇਹਦੇ ਔਗਣ ਇਹ ਆ ਕਿ ਇਹਦੇ ਨਾਲ ਬੱਚਤ ਘੱਟ ਹੁੰਦੀ ਹੈ, ਪੂੰਜੀ ਨਿਰਮਾਣ 'ਤੇ ਬੁਰਾ ਪ੍ਰਭਾਵ ਪੈ ਜਾਏਗਾ। ਇਨਕਮ ਟੈਕਸ ਤੁਹਾਨੂੰ ਜ਼ਿਆਦਾ ਪੇ ਕਰਨਾ ਪੈ ਜਾਏਗਾ ਤਾਂ ਤੁਸੀਂ ਸੇਵਿੰਗ ਘਟਾ ਦੋਗੇ ਆਪਣੀ, ਅਤੇ ਇਹਦੇ ਨਾਲ ਕੈਪੀਟਲ ਫਾਰਮੇਸ਼ਨ 'ਤੇ ਨੈਗੇਟਿਵ ਇੰਪੈਕਟ ਪਏਗਾ। ਅਤੇ ਇਹਦੇ ਨਾਲ ਉਹਨਾਂ ਨੂੰ ਸਜ਼ਾ ਮਿਲਦੀ ਜਿਹੜੀ ਮਿਹਨਤ ਕਰਕੇ ਧਨ ਇਕੱਠਾ ਕਰਦੇ ਆ, ਅਤੇ ਇਹਨਾਂ ਦਾ ਆਧਾਰ ਗਲਤ ਆ। ਇਹ ਆਮਦਨ ਦੀ ਸਮਾਨਤਾ ਉਪਯੋਗਤਾ ਦਾ ਠੀਕ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਇਹਨਾਂ ਦੀ ਚੋਰੀ ਸੰਭਵ ਆ, ਇਹਨਾਂ ਨੂੰ ਸਮਝਣਾ ਬਹੁਤ ਕਠਿਨ ਆ, ਔਰ ਭ੍ਰਿਸ਼ਟਾਚਾਰ ਇਹਨਾਂ ਦੇ ਵਿੱਚ ਵਾਧਾ ਕਰਨ ਦੇ ਵਿੱਚ ਵੀ ਇਹ ਕਾਫੀ ਰੋਲ ਪਲੇ ਕਰਦੇ ਆ, ਕਿਉਂਕਿ ਲੋਕ ਚੋਰੀ ਕਰ ਲੈਂਦੇ ਆ ਅਤੇ ਉਹਦੇ ਨਾਲ ਭ੍ਰਿਸ਼ਟਾਚਾਰ ਦੀ ਜਿਹੜੀ ਸੰਭਾਵਨਾ ਉਹ ਬਣੀ ਰਹਿੰਦੀ ਆ। ਇਹ ਸੀਗੇ ਸਾਡੇ ਸਿੰਗਲ ਮਲਟੀਪਲ ਟੈਕਸ ਸਿਸਟਮ ਅਤੇ ਪ੍ਰਪੋਰਸ਼ਨਲ ਟੈਕਸ ਸਿਸਟਮ ਅਤੇ ਪ੍ਰੋਗਰੈਸਿਵ ਟੈਕਸ ਸਿਸਟਮ। ਅਤੇ ਇਸ ਤੋਂ ਬਾਅਦ ਪ੍ਰੋਗਰੈਸਿਵ ਟੈਕਸ ਸਿਸਟਮ ਤੋਂ ਬਾਅਦ ਅਗਲਾ ਹੈਗਾ ਰਿਗਰੈਸਿਵ ਅਤੇ ਡੀਗਰੈਸਿਵ, ਐਂਡ ਉਸ ਤੋਂ ਬਾਅਦ ਐਡਵਲੋਰੀਅਮ ਵੈਲਿਊ ਐਡਡ ਟੈਕਸ, ਐਂਡ ਉਸ ਤੋਂ ਬਾਅਦ ਤੁਹਾਡਾ ਡਾਇਰੈਕਟ ਐਂਡ ਇਨਡਾਇਰੈਕਟ ਟੈਕਸ। ਇਹ ਸਾਰੇ ਅਸੀਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮੱਚ।